ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਪਹਿਲੀ ਵਾਰ ਦੀਆਂ 10 ਪੌੜੀਆਂ ਦੀ ਵਿਆਖਿਆ ਸਰਵਣ ਕੀਤੀ ਸੀ। ਅੱਜ ਆਪਾਂ 11ਵੀਂ ਪੌੜੀ ਦੀ ਵਿਆਖਿਆ ਸਰਵਣ ਕਰਾਂਗੇ ਜੀ। ਪੌੜੀ 11ਵੀਂ। ਵਿਦਾਂਤ। ਸਿਆਮ ਵੇਦ ਕੋ ਸੋਧ ਕਰ, ਮਥ ਵੇਦਾਂਤ ਬਿਆਸ ਸੁਣਾਇਆ। ਕਥਨੀ ਬਦਨੀ ਬਾਹਰਾ, ਆਪੇ ਆਪਣਾ ਬ੍ਰਹਮ ਜਣਾਇਆ। ਸਾਮ ਵੇਦ ਨੂੰ ਪੜ੍ਹ ਕੇ ਵਿਦਾਂਤ ਵੇਦ ਦਾ ਸਾਰ ਕੱਢਿਆ, ਫਿਰ ਉਸ ਨੂੰ ਮੱਥ ਰਿੜਕ ਕੇ ਬਿਆਸ ਨੇ ਸੁਖਣ ਸੁਣਾਇਆ। ਫਿਰ ਬਿਆਸ ਨੇ ਉਸ ਨੂੰ ਸਾਰਿਆਂ ਨੂੰ ਸੁਣਾਇਆ। ਕਥਾ ਤੇ ਬਦਨੀ ਕਵਿਸ਼ਰੀਆਂ, ਆਤਮਾ ਬਾਹਰ ਹੈ ਤੇ ਆਪਣੇ ਆਪ ਨੂੰ ਹੀ ਬ੍ਰਹਮ ਜਣਾ ਦਿੱਤਾ। ਕਥਾ ਤੇ ਕਵਿਸ਼ਰੀਆਂ ਦੇ ਰਾਹੀਂ ਉਸਨੇ ਆਪਣੇ ਆਪ ਨੂੰ ਹੀ ਬ੍ਰਹਮ ਬਣਾ ਲਿਆ, ਬ੍ਰਹਮ ਜਤਾ ਲਿਆ, ਬ੍ਰਹਮ ਬਣਾ ਦਿੱਤਾ ਆਪਣੇ ਆਪ ਨੂੰ। ਨਦਰੀ ਕਿਸਾ ਨਾ ਲਿਆਵਈ, ਹਉਮੈ ਅੰਦਰ ਭਰਮ ਭੁਲਾਇਆ। ਆਪ ਪੁਜਾਏ ਜਗਤ ਵਿੱਚ, ਭਾਉ ਭਗਤ ਦਾ ਮਰਮ ਨ ਪਾਇਆ। ਨਜ਼ਰ ਤਾਂ ਉਸ ਕਿਸੇ ਨੂੰ ਆਉਂਦਾ ਹੀ ਨਹੀਂ, ਹਉਮੈ ਦੇ ਭਰਮ ਦੇ ਅੰਦਰ ਜਗਤ ਭੁਲਾ ਦਿੱਤਾ। ਆਪਣੇ ਆਪ ਨੂੰ ਜਗਤ ਵਿੱਚ ਪੁਜਾਵਣ ਲੱਗ ਪਏ, ਭਾਉ ਭਗਤੀ ਦਾ ਭੇਦ ਨਾ ਪਾਇਆ। ਤ੍ਰਿਪਤ ਨਾ ਆਵੀ ਵੇਦ ਮੱਥ, ਅਗਨੀ ਅੰਦਰ ਤਪਤ ਤਪਾਇਆ। ਮਾਇਆ ਡੰਡ ਨਾ ਉਤਰੇ, ਜਮ ਡੰਡੇ ਬਹੁਤ ਦੁੱਖ ਰੂ ਆਇਆ। ਗੱਲ ਕੀ ਬਿਆਸ ਨੂੰ ਵੀ ਸਾਰਾ ਵੇਦ ਘੋਟ ਘੋਟ ਕੇ ਸ਼ਾਂਤ ਨਾ ਆਈ, ਸ਼ਾਂਤੀ ਨਾ ਮਿਲੀ। ਭਰਮ ਦੀ ਅੱਗ ਦੀ ਤਪਤ ਵਿਖੇ ਅੰਦਰੋਂ ਤਪਣ ਲੱਗਿਆ। ਮਾਇਆ ਦਾ ਦੰਡ ਉਸਦੇ ਸਿਰ ਤੋਂ ਨਾ ਉਤਰਿਆ। ਜਮ ਦੇ ਦੰਡ ਦੇ ਬਾਹਲੇ ਦੁੱਖ ਨਾਲ ਨਾਰਦ ਪਾਸ ਆਪਣਾ ਦੁੱਖ ਰੋਇਆ। ਨਾਰਦ ਕੋਲ ਆ ਕੇ ਬੜਾ ਦੁਖੀ ਹੋਇਆ ਤੇ ਰੋਇਆ, ਭਾਵ ਮਨ ਦੀ ਹਵਾੜ ਕੱਢੀ। ਨਾਰਦ ਮੁਨੇ ਉਪਦੇਸਿਆ, ਮਥ ਭਾਗਵਤ ਗੁਣ ਗੀਤ ਕਰਾਇਆ। ਬਿਨ ਸਰਣੀ ਨੈ ਕੋਇ ਤਰਾਇਆ। ਨਾਰਦ ਮੁਨੀ ਨੇ ਉਪਦੇਸ਼ ਕੀਤਾ ਤੇ ਉਸ ਕੋਲੋਂ ਭਾਗਵਤ ਸੰਬੰਧੀ ਗੁਣਾਂ ਦਾ ਜਸ, ਮਥ ਕੇ ਗੁਣਾਂ ਦਾ ਗੀਤ ਕਰਵਾਇਆ। ਬਿਨਾਂ ਗੁਰੂ ਦੀ ਸ਼ਰਨ ਤੋਂ ਕੋਈ ਵੀ ਨਹੀਂ ਤਰਦਾ। ਦੇਖੋ, ਬਿਆਸ ਨੇ ਫਿਰ ਨਾਰਦ ਮੁਨੀ ਨੂੰ ਗੁਰੂ ਧਾਰਿਆ, ਉਸ ਤੋਂ ਸਿੱਖਿਆ ਪ੍ਰਾਪਤ ਕੀਤੀ, ਤਾਂ ਉਹ ਤਰਿਆ। ਭਾਵ ਅਰਥ ਹੈ ਕਿ ਬਿਆਸ ਦੇਵ ਨੇ ਭਾਵੇਂ 18 ਪ੍ਰਾਣ ਤੇ ਕਈ ਵੇਦ ਕਈ ਵਾਰ ਪੜ੍ਹੇ ਘੋਟੇ, ਪਰੰਤੂ ਮਨ ਨੂੰ ਸ਼ਾਂਤੀ ਨਾ ਆਈ। ਨਾਰਦ ਨੇ ਉਸ ਦਾ ਭੈੜਾ ਹਾਲ ਦੇਖ ਕੇ ਚਤੁਰ ਸ਼ਲੋਕੀ ਭਾਗਵਤ ਦਿੱਤੀ ਤੇ ਕਿਹਾ ਕਿ ਭਗਤੀ ਨਾਲ ਗੁਣਾਨੁਵਾਦ ਕਰ। ਜਦ ਉਸਨੇ ਐਵੇਂ ਕੀਤਾ ਤਦ ਮਨੋਰਥ ਸਿੱਧ ਹੋਇਆ। ਇਹ ਭਾਈ ਸਾਹਿਬ ਜੀ ਨੇ ਵਿਦਾਂਤ ਮਤ ਦੀ ਬਾਬਤ ਪ੍ਰਚਲਿਤ ਨਿਸ਼ਚਾ ਵਰਣਨ ਕੀਤਾ। ਆਪਣੀ ਟੂਕ ਇਹ ਚਾੜਦੇ ਹਨ ਕਿ ਵਾਹਿਗੁਰੂ ਦੀ ਸ਼ਰਨ ਪਏ ਬਿਨਾ ਕੋਈ ਵੀ ਅੱਜ ਤੱਕ ਨਹੀਂ ਤਰਿਆ। ਗੁਰੂ ਦੀ ਸ਼ਰਨ ਤੋਂ ਬਿਨਾ ਕੋਈ ਵੀ ਅੱਜ ਤੱਕ ਨਹੀਂ ਤਰਿਆ। ਪੌੜੀ 12ਵੀਂ। ਸਾਂਖ। ਦੁਆਪਰ ਯੁਗ ਬੀਤਤ ਭਏ, ਕਲ ਜੁਕੇ ਸਿਰ ਛਤਰ ਫਿਰਾਈ। ਵੇਦ ਅਥਰਵਣ ਥਾਪਿਆ, ਉੱਤਰ ਮੁਖ ਗੁਰਮੁਖ ਗੁਣ ਗਾਈ। ਦੁਆਪਰ ਯੁਗ ਬੀਤ ਗਿਆ, ਕਲ ਯੁਗ ਦੇ ਸਿਰਪੁਰ ਛਤਰ ਦੀ ਫਿਰਾਈ ਆਈ। ਭਾਵ ਸਮਾਂ ਆਇਆ, ਅਥਰਵਣ ਵੇਦ ਦਾ ਤੋਰਾ ਤੁਰਿਆ। ਉੱਤਰ ਵੱਲ ਮੂੰਹ ਕਰਕੇ ਗੁਰਮੁਖ ਲੋਕ ਭਜਨ ਕਰਨ ਲੱਗ ਪਏ। ਕਪਲ ਰਿਖੇਸਰ ਸਾਂਖ ਮਥ, ਅਥਰਵਣ ਵੇਦ ਕੀ ਰਚਾ ਸੁਣਾਈ। ਗਿਆਨ ਮਹਾਰਸ ਪੀਅ ਕੈ, ਸਿਮਰੇ ਨਿਤ ਅਨਿਤ ਨਿਆਈ। ਕਪਲ ਨਾਮ ਦਾ ਵੱਡਾ ਰਿਖੀ ਹੋਇਆ, ਅਥਰਵਣ ਵੇਦ ਨੂੰ ਘੋਟ ਕੇ ਉਸ ਦੀ ਰਿਚਾ ਸ਼ਰੂਤੀ ਦਾ ਨਾਮ ਸਾਂਖ ਸ਼ਾਸਤਰ ਸੁਣਾਇਆ, ਜਿਸ ਦਾ ਮਤ ਹੇਠਲੀ ਤੁਕ ਵਿਖੇ ਵਿਦਵਾਨ ਹੈ। ਗਿਆਨ ਰੂਪੀ ਮਹਾਰਸ ਅੰਮ੍ਰਿਤ ਨੂੰ ਪਾਣ ਕਰੇ ਤੇ ਨਿਤ ਅਨਿਤ ਦਾ ਨਿਆਈ ਨਿਰਣੈ ਕਰੇ, ਭਾਵ ਸੱਚ ਝੂਠ ਦਾ ਨਿਤਾਰਾ ਕਰੇ। ਗਿਆਨ ਬਿਨਾ ਨੈ ਪਾਈਐ, ਜੇ ਕੋਈ ਕੋਟ ਯਤਨ ਕਰ ਧਾਈ। ਕਰਮ ਜੋਗ ਦੇ ਹੀ ਕਰੇ, ਸੋ ਅਨਿਤ ਖਿਨ ਟਿਕੇ ਨ ਰਾਈ। ਗਿਆਨ ਬਾਝ ਮੁਕਤੀ ਨਹੀਂ ਮਿਲਦੀ, ਭਾਵੇਂ ਕੋਈ ਕਰੋੜਾਂ ਯਤਨ ਕਰਕੇ ਦੌੜੇ। ਜਿਹੜਾ ਜੀਵ ਕਰਮਯੋਗ ਕਰੇਗਾ ਉਹ ਝੂਠ ਹੋਊ। ਇੱਕ ਰਾਈ ਸਾਰਖਾ ਛਿਨ ਭਰ ਵੀ ਨਾ ਟਿਕੇਗਾ। ਗਿਆਨ ਮਤੇ ਸੁਖ ਉਪਜੈ, ਜਨਮ ਮਰਨ ਕਾ ਭਰਮ ਚੁਕਾਈ। ਗੁਰਮੁਖ ਗਿਆਨੀ ਸਹਿਜ ਸਮਾਈ। ਗਿਆਨ ਦੇ ਮਤ ਕਰਕੇ ਹੀ ਸੁਖ ਉਤਪਤ ਹੋਊਗਾ
ਤੇ ਆਵਾ ਗਾਉਣ ਦਾ ਭਰਮ ਮਿਟ ਜਾਊਗਾ। ਗੁਰੂ ਦੁਆਰੇ ਗਿਆਨੀ ਸਹਿਜ ਪਦ ਸਵੈ ਸਰੂਪ ਵਿਖੇ ਲੀਨ ਹੋਏਗਾ। ਭਾਵ ਭਾਈ ਸਾਹਿਬ ਜੀ ਨੇ ਸਾਂਖ ਬਾਬਤ ਇਤਰ ਮਤਾਂ ਦੀ ਰਾਏ ਦੱਸੀ ਹੈ। ਅਰਥਾਤ ਜਿਸ ਭਾਵ ਵਿੱਚ ਸਾਂਖ ਮਤ ਵਾਲਿਆਂ ਦਾ ਕੋਈ ਫਿਰਕਾ ਮੰਨੀ ਬੈਠਾ ਹੈ ਕਿ ਕੇਵਲ ਸੱਤ ਅਸੱਤ ਦਾ ਨਿਰਣਾ ਚਾਹੀਦਾ, ਜੋਗ ਦੀ ਲੋੜ ਨਹੀਂ ਰੱਖੀ, ਕਿਉਂਕਿ ਸਾਂਖ ਕਰਤਾਰ ਨੂੰ ਨਹੀਂ ਮੰਨਦਾ, ਉਸ ਦਾ ਹਾਲ ਦੱਸ ਕੇ ਆਪਣੀ ਟੂਕ ਇਹ ਲਾਈ ਹੈ ਕਿ ਸਹਿਜ ਪਦ ਵਿੱਚ ਪਹੁੰਚਣਾ ਠੀਕ ਕੰਮ ਹੈ। ਗੁਰੂ ਦੁਆਰਾ ਮਿਲ ਸਹਿਜ ਪਦ ਨਾਲ ਆਤਮਾ ਅਕਾਲ ਪੁਰਖ ਨਾਲ ਜਾ ਮਿਲਦੀ ਹੈ। ਪੌੜੀ 13ਵੀਂ। ਵੈ ਸੇਖਕ ਵੇਦ ਅਥਰਵਣ ਮਥਨ ਕਰ, ਗੁਰਮੁਖ ਬਾ ਸੇਖਕ ਗੁਣ ਗਾਵੈ, ਜੇਹਾ ਬੀਜੈ ਸੋਲੁਣੈ ਸਮੇਂ ਬਿਨਾ ਫਲ ਹੱਥ ਨ ਆਵੈ। ਅਥਰਵਣ ਵੇਦ ਨੂੰ ਵਿਚਾਰ ਕੇ ਗੁਰਮੁਖ ਕਨਾਦ ਨਾਮੇ ਆਚਾਰਿਆ ਨੇ ਬਾ ਸੇਖਕ ਨਾਮੇ ਸ਼ਾਸਤਰ ਦੇ ਗੁਣ ਗਾਏ। ਜਿਹਾ ਕੋਈ ਬੀਜੇਗਾ ਤਿਹਾ ਕੱਟੇਗਾ, ਸਮੇਂ ਬਿਨਾ ਫਲ ਹੱਥ ਨਹੀਂ ਆਏਗਾ। ਹਉ ਮੈਂ ਅੰਦਰ ਸਭ ਕੋ ਮੰਨੈ, ਹੁਕਮ ਸੋ ਸਹਿਜ ਸਮਾਵੈ, ਆਪੋ ਕਛੂ ਨਾ ਹੋਵਈ, ਬੁਰਾ ਭਲਾ ਨੈ ਮਨ ਵਸਾਵੈ। ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਹੈ। ਜੋ ਹੁਕਮ ਮੰਨੇ ਸਹਿਜ ਪਦ ਵਿਖੇ ਲੀਨ ਹੋਊਗਾ। ਆਪਣੇ ਵਸ ਕੁਝ ਨਹੀਂ ਹੈ, ਬੁਰਾ ਭਲਾ ਮਨ ਵਿਖੇ ਨਾ ਵਸਾਵੇ। ਭਾਈ ਮੈਂ ਕੀਤਾ ਹੈ, ਇਹ ਤਾਂ ਸਮਾਂ ਹੀ ਕਰਦਾ ਹੈ। ਜੈ ਸੋ ਕਰਤੈ ਸਾਲਗੈ, ਰਿਕਨ ਆਦਿਕ ਭਾਗ ਸੁਨਾਵੈ, ਸਤਜੁਗ ਕਾ ਅਨਿਆਇ ਸੁਨ, ਇਕ ਫੇੜੇ ਸਭ ਜਗਤ ਮਰਾਵੈ। ਜਿਹਾ ਕਰੇਗਾ ਤੇਹਾ ਫਲ ਉਹ ਪ੍ਰਾਣੀ ਲਵੇਗਾ। ਇਹ ਕਨਾਦ ਰਿਖੀ ਕਹਿ ਕੇ ਲੋਕਾਂ ਨੂੰ ਸੁਣਾਉਂਦਾ ਹੈ। ਸਤਜੁਗ ਦੇ ਹਨੇਰ ਦੀ ਗੱਲ ਸੁਣੋ। ਇੱਕ ਕੁਕਰਮ ਕਰਦਾ ਸੀ ਤੇ ਸਾਰਾ ਦੇਸ਼ ਹੀ ਮਰਦਾ ਸੀ। ਤ੍ਰੇਤੇ ਨਗਰੀ ਪੀੜੀਆ, ਦੁਆਪਰ ਵੰਸ ਕੋ ਵੰਸ ਕਹਾਵੈ, ਕਲ ਜੁਗ ਜੋ ਫੇੜੇ ਸੋ ਪਾਵੈ। ਤ੍ਰੇਤੇ ਵਿੱਚ ਨਗਰੀ ਪੀੜੀਦੀ ਸੀ, ਦੁਆਪਰ ਵਿਖੇ ਵੰਸ ਖੋਟੀ ਵੰਸ ਕੋਹੀ ਜਾਂਦੀ ਸੀ। ਕਲ ਯੁਗ ਵਿਖੇ ਜੋ ਕਰਮ ਕਰੂ ਉਸੇ ਨੂੰ ਹੀ ਉਸ ਦਾ ਫਲ ਮਿਲੂ, ਉਹੀ ਭੋਗੂਗਾ। ਜੇ ਕੋਈ ਚੰਗੇ ਕੰਮ ਕਰੂਗਾ ਤਾਂ ਉਸ ਨਾਲ ਚੰਗਾ ਹੋਏਗਾ, ਜੇ ਮਾੜਾ ਕਰੇਗਾ ਤਾਂ ਉਸ ਨਾਲ ਮਾੜਾ ਹੋਏਗਾ। ਸ਼ਬਦ ਦਾ ਭਾਵ ਇਸ ਵਿੱਚ ਬੇਸੈਖਕ ਮਤ ਦਾ ਵਰਣਨ ਕੀਤਾ ਗਿਆ, ਜਿਸ ਨੇ ਕਰਮਾਂ ਉੱਪਰ ਨਿਬੇੜੀ ਹੈ। ਪਿਛਲੇ ਯੁਗਾਂ ਬਾਬਤ ਲੋਕੀ ਮੰਨਦੇ ਸਨ ਕਿ ਇੱਕ ਦੀ ਥਾਵੇਂ ਬਹੁਤੇ ਸਜ਼ਾ ਪਾਉਂਦੇ ਹਨ। ਕੰਮ ਕੋਈ ਇੱਕ ਕਰਦਾ ਹੈ ਅਤੇ ਸਜ਼ਾ ਸਾਰਿਆਂ ਨੂੰ ਮਿਲਦੀ ਹੈ, ਇਹ ਮੰਨਿਆ ਜਾਂਦਾ ਸੀ। ਪਰ ਕਨਾਦ ਨੇ ਕਰਮਾਂ ਸਿਰ ਰੱਖ ਕੇ ਛੁੱਟੀ ਕਰਾ ਦਿੱਤੀ ਕਿ ਜੋ ਕਰੇ ਸੋ ਪਾਵੇਗਾ। ਭਾਈ ਸਾਹਿਬ ਜੀ ਕਨਾਦ ਦੇ ਇਸ ਖਿਆਲ ਨੂੰ ਨਿਆਏ ਯੁਕਤ ਦੇਖ ਕੇ ਪਸੰਦ ਕਰਦੇ ਹਨ ਕਿ ਜੋ ਫੇੜੇ ਸੋ ਪਾਵੇ, ਪਰ ਕਨਾਦ ਦੇ ਮਤ ਨਾਲ ਸਾਰੇ ਸੰਮਤੀ ਨਹੀਂ ਕਹਿ ਰਹੇ। ਪੌੜੀ 14ਵੀਂ। ਨਾਗ ਸ਼ੇਸ਼ ਨਾਗ ਪਾਤੰਜਲ, ਸੇਖ ਨਾਗ ਪਾਤੰਜਲ ਮਥਿਆ, ਗੁਰਮੁਖ ਸ਼ਾਸਤਰ ਨਾਗ ਸੁਣਾਈ, ਵੇਦ ਅਥਰਵਣ ਬੋਲਿਆ, ਜੋਗ ਬਿਨਾ ਨੈ ਭਰਮ ਚੁਕਾਈ। ਨਾਗਾਂ ਵਿੱਚੋਂ ਗੁਰਮੁਖ ਸ਼੍ਰੋਮਣੀ ਸ਼ੇਸ਼ ਨਾਗ ਹੈ। ਉਸ ਨਾਗ ਨੇ ਮੱਥ ਕੇ ਵੇਦਾਂ ਨੂੰ ਪਾਤੰਜਲ ਰਿਖੀ ਦਾ ਅਵਤਾਰ ਹੋ ਕੇ ਆਪਣੇ ਰਾਮ ਵਾਲਾ ਪਾਤੰਜਲ ਸ਼ਾਸਤਰ ਸੁਣਾਇਆ। ਇਤਿਆਦ ਉਸ ਵਿਖੇ ਵੇਦ ਅਥਰਵਣ ਦੇ ਵਾਕ ਬੋਲੇ, ਭਾਈ ਜੋਗ ਥੋਂ ਬਾਜ ਭਰਮ ਨਹੀਂ ਹਟਦਾ। ਧੁਨੀ ਇਹ ਕਿ ਜੋਗ ਪ੍ਰਾਣਾਯਾਮ ਸ੍ਰੇਸ਼ਟ ਹੈ, ਜੋਗ ਕਰਨਾ ਅਤੀ ਜ਼ਰੂਰੀ ਹੈ। ਜਿਉਂ ਕਰ ਮੈਲੀ ਆਰਸੀ, ਸਿਕਲ ਬਿਨਾ ਨੈ ਮੁਖ ਦਿਖਾਈ, ਜੋਗ ਪਦਾਰਥ ਨਿਰਮਲਾ ਅਨਹਦਾ, ਧੁਨ ਅੰਦਰ ਲਿਵਲਾਈ। ਜਿਕਰ ਮੈਲੀ ਆਰਸੀ ਵੇਖੇ, ਸਿਕਲ ਕੀਤੇ ਬਾਜ ਮੂੰਹ ਨਹੀਂ ਦਿਸਦਾ। ਜੋਗ ਪਦਾਰਥ ਵੱਡੀ ਸ਼ੁੱਧ ਵਸਤੂ ਹੈ। ਅਨਹਦ ਧੁਨੀ ਦਸਮ ਦੁਆਰ ਵਿਖੇ ਬ੍ਰਿਤੀ ਲੱਗ ਜਾਂਦੀ ਹੈ। ਅਸ਼ਟ ਦਸ਼ਾ ਸਿੱਧ ਨੌ ਨਿਧੀ, ਗੁਰਮੁਖ ਜੋਗੀ ਚਰਨ ਲਗਾਈ। ਤ੍ਰਿਜੁਗਾ ਕੇ ਬਾਸਨਾ, ਕਲਯੁਗ ਵਿੱਚ ਪਤੰਜਲ ਪਾਈ। ਫਲ ਇਹ ਕਿ 18 ਸਿੱਧੀਆਂ ਤੇ 9 ਨਿਧੀਆਂ ਜੋਗੀ ਗੁਰਮੁਖ ਦੇ ਪੈਰੀ ਲੱਗਦੀਆਂ ਹਨ। ਤਿੰਨਾਂ ਯੁਗਾਂ ਦੀਆਂ ਵਾਸਨਾ ਕਲਯੁਗ ਵਿਖੇ ਪਾਤੰਜਲੀ ਨੇ ਪਾ ਲਈਆਂ ਹਨ। ਸਿੱਟਾ ਇਹ ਕਿ ਜੋ ਪਾਤੰਜਲ ਸ਼ਾਸਤਰ ਅਨੁਸਾਰ ਯੋਗ ਕਰਦਾ ਹੈ ਸੋ ਪਾ ਲੈਂਦਾ ਹੈ। ਹੱਥੋਂ ਹੱਥੀ ਪਾਈਐ ਭਗਤ ਜੋਗ ਕੀ ਪੂਰ ਕਮਾਈ, ਨਾਮਦਾਨ ਇਸ਼ਨਾਨ ਸੁਭਾਈ। ਪਰੰਤੂ ਭਾਈ ਸਾਹਿਬ ਜੀ ਆਪਣਾ ਮਤ 7ਵੀਂ ਤੇ 8ਵੀਂ ਤੁਕ ਵਿਖੇ 6 ਸ਼ਾਸਤਰਾਂ ਦੀ ਸਮਾਪਤੀ ਪਰ ਦੱਸਦੇ ਹਨ। ਪਰ ਭਗਤੀ ਯੋਗ ਦੀ ਪੂਰੀ ਕਮਾਈ ਹੈ, ਇਸ ਦਾ ਫਲ ਹੱਥੋਂ ਹੱਥੀ ਪਾ ਲਈਦਾ ਹੈ। ਇਸ ਭਗਤ ਯੋਗ ਦਾ ਰੂਪ ਨਾਮਦਾਨ ਤੇ ਇਸ਼ਨਾਨ ਹੈ, ਪਰੰਤੂ ਨਿਸ਼ਕਾਮ ਹੋ ਕੇ ਕਰੇ। ਹੁਣ 15ਵੀਂ ਪੌੜੀ ਵਿਖੇ ਦੱਸਦੇ ਹਨ ਕਿ ਸਮਾਂ ਗਿਆ ਹੋਇਆ ਫਿਰ ਹੱਥ ਨਹੀਂ ਆਉਂਦਾ।
ਹਰ ਯੁਗ ਦਾ ਜੀਵ ਕਰਮ ਕਰਦਾ, ਵਾਸਨਾ ਨੂੰ ਦੂਰ ਨਹੀਂ ਕਰਦਾ। ਉਹ ਵਾਸਨਾ ਹਰ ਯੁਗ ਵਿੱਚ ਜਨਮ ਮਰਨ ਦਿੰਦੀਆਂ ਹਨ। ਕਲਯੁਗ ਵਿੱਚ ਵੀ ਉਹ ਵਾਸਨਾ ਵੱਧੇ ਤੇ ਕਰਮ ਵੱਧੇ ਜਨਮਦੇ ਹਨ ਅਤੇ ਫਿਰ ਕਰਮ ਵਿੱਚ ਫਸ ਜਾਂਦੇ ਹਨ। ਇਉਂ ਹਰ ਸਮੇਂ ਜੀਵ ਉੱਕਦਾ ਚੁੱਕਦਾ ਹੈ ਅਤੇ ਆਵਾਗਮਨ ਨਹੀਂ ਮਿਟਦਾ, ਜਨਮ ਮਰਨ ਨਹੀਂ ਮਿਟਦਾ। ਪੌੜੀ 15ਵੀਂ। ਜੁਗਾਂ ਬਾਬਤ ਪ੍ਰਚਲਿਤ ਖਿਆਲ। जुग जुग मेर शरीर का वासना बद्धा आवे जावे, फिर फेर वटाई है ज्ञानी होए मरम को पावे। पहले पुरातन समय लोहे नूं सिकल करके इतना चमका लेंदे सन कि उस विच मूँह दिसन लग पैंदा सी। अज कल वांगू तदों शीशे की आरसी नहीं सी हुंदी, इस करके पद सिकल वरतिया है। उपरली पौड़ी दे विच सिकल शब्द आया सी, ਉਸ ਦਾ ਅਰਥ ਹੈ ਹਰ ਇੱਕ ਯੁੱਗ ਵਿਖੇ ਸਰੀਰ ਦਾ ਮੇਰ ਅਰਥਾਤ ਜੀਵਾਤਮਾ ਵਾਸਨਾ ਦਾ ਬੱਧਾ ਹੋਇਆ 84 ਵਿੱਚ ਭੜਕਦਾ, ਵਾਰ-ਵਾਰ ਦੇਹ ਵੱਟਦੀ ਜਾਂਦੀ ਹੈ। ਇਸ ਗੱਲ ਦਾ ਭੇਦ ਕੋਈ ਗਿਆਨੀ ਪਾਉਂਦਾ ਹੈ, ਕੋਈ ਨਹੀਂ ਪਾ ਸਕਦਾ। ਸਤਿਯੁਗ ਦੂਜਾ ਭਰਮ ਕਰ ਤ੍ਰੇਤੇ ਵਿੱਚ ਜੂਨੀ ਫਿਰ ਆਵੈ, ਤ੍ਰੇਤੇ ਕਰਮਾਂ ਬਾਦ ਤੇ ਦੁਆਪਰ ਫਿਰ ਅਵਤਾਰ ਕਰਾਵੈ। ਸਤਿਯੁਗ ਵਿੱਚ ਦੂਜੇ ਭਾਵ ਦਾ ਭਰਮ ਕਰਕੇ ਤ੍ਰੇਤੇ ਵਿਖੇ ਫਿਰ ਜੂਨਾ ਵਿਖੇ ਆਉਂਦਾ ਹੈ। ਤ੍ਰੇਤੇ ਵਿਖੇ ਕਰਮਾਂ ਦੇ ਬੰਧਨਾਂ ਨਾਲ ਫਸਿਆ ਹੋਇਆ ਫਿਰ ਦੁਆਪਰ ਵਿਖੇ ਅਵਤਾਰ ਧਾਰਦਾ ਹੈ। ਦੁਆਪਰ ਮਮਤਾ ਅਹੰਕਾਰ ਹੋਮੈ ਅੰਦਰ ਗਰਭ ਗਲਾਵੈ, ਤ੍ਰਿਹੋ ਜੁਗਾ ਕੇ ਕਰਮ ਕਰ ਜਨਮ ਮਰਨ ਸੰਸਾਰ ਨ ਚੁਕਾਵੈ। ਦੁਆਪਰ ਵਿਖੇ ਮਮਤਾ ਦੇ ਹੰਕਾਰ ਦਾ ਮਾਰਿਆ ਮੈਂ ਕਰਦਾ ਏ ਗਰਭ ਵਿਖੇ ਗਲ ਜਾਂਦਾ, ਭਾਵ ਮਰ ਜਾਂਦਾ। ਤਿੰਨਾਂ ਯੁਗਾਂ ਦੇ ਕਰਮ ਕਰਦਾ, ਜੰਮਣ ਮਰਨ ਦਾ ਫਿਕਰ ਨਹੀਂ ਚੁਕਾਉਂਦਾ। ਫਿਰ ਕਲ ਯੁਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਵਸਾਵੈ, ਔ ਸਿਰ ਚੁੱਕਾ ਹੱਥ ਨ ਆਵੈ। ਦੁਆਪਰ ਦਾ ਬੱਧਾ ਕਲ ਯੁਗ ਅੰਦਰ ਦੇਹ ਧਾਰ ਕੇ ਫੇਰ ਆਪ ਨੂੰ ਕਰਮਾਂ ਵਿੱਚ ਹੀ ਫਸਾਈ ਜਾਂਦਾ ਹੈ। ਸਮਾਂ ਗਿਆ ਹੋਇਆ ਫਿਰ ਹੱਥ ਨਹੀਂ ਆਉਂਦਾ। ਸ਼ਬਦ ਦਾ ਭਾਵ ਜੀਵ ਦਾ ਕਰਮ ਵਸ ਹੋ ਕੇ ਭਟਕਣਾ ਅਰ ਯੁੱਗ ਦੇ ਪਲਟਦਿਆਂ ਵੀ ਦੂਜੇ ਯੁੱਗਾਂ ਵਿੱਚ ਜੰਮਦੇ ਮਰਦੇ ਰਹਿਣਾ। ਕਰਮਾਂ ਦੇ ਗੇੜ ਨੇ ਆਵਾਗਾਉਣ ਦਾ ਚੱਕਰ ਨਾ ਟੁੱਟਣ ਦੇਣਾ। ਇਹ ਕਰਮ ਪ੍ਰਧਾਨੀ ਲੋਕਾਂ ਦਾ ਮਤ ਹੈ, ਜਿਸ ਦਾ ਭਾਈ ਸਾਹਿਬ ਜੀ ਨੇ ਕਥਨ ਕੀਤਾ, ਕਿਉਂਕਿ ਵਾਸਨਾ ਨਹੀਂ ਮਿਟਦੀਆਂ। ਇਤਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।